ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਗੁਰਮੁਖ ਪਿਆਰਿਓ, ਨੈਟਵਰਕ ਦੀ ਪ੍ਰੋਬਲਮ ਆ ਗਈ ਸੀ। ਆਓ ਫਿਰ ਸ਼ੁਰੂ ਕਰਦੇ ਹਾਂ। ਆਪਾਂ ਵਿਚਾਰ ਕਰ ਰਹੇ ਸੀ ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦੀ ਬਾਣੀ ਦੀ ਰਹੋ ਪੰਕਤੀਆਂ ਸੀ। ਕਰੈ ਨ ਝੁਰੈ ਨਾ ਮਨ ਰੋਵਣ ਹਾਰਾ, ਅਵਿਨਾਸੀ ਅਵਗਤ ਅਗੋਚਰ ਸਦਾ ਸਲਾਮਤ ਖਸਮ ਹਮਾਰਾ। ਕਿ ਜਿਹੜਾ ਸਾਡਾ ਖਸਮ ਹੈ ਅਵਿਨਾਸੀ ਹੈ, ਅਵਗਤ ਹੈ, ਅਗੋਚਰ ਹੈ ਅਤੇ ਸਦਾ ਹੀ ਸਲਾਮਤ ਹੈ। ਜਦੋਂ ਐਸੇ ਖਸਮ ਦੇ ਨਾਲ ਮਿਲਾਪ ਹੋ ਜਾਂਦਾ ਹੈ, ਸਾਡਾ ਐਸਾ ਖਸਮ ਬਣ ਜਾਂਦਾ ਹੈ ਜੋ ਸਾਨੂੰ ਆਪਣੇ ਬਣਾ ਲੈਂਦਾ ਹੈ, ਫਿਰ ਮਨ ਦੀ ਅਵਸਥਾ ਹੈ ਕਿ ਨਾ ਤਾਂ ਮਨ ਕਰਦਾ ਹੁੰਦਾ ਹੈ ਕ੍ਰੋਧੀ ਹੋਣਾ, ਸੋਚਾਂ ਦੇ ਵਿੱਚ ਜਾਣਾ, ਦੁਖੀ ਹੋਣਾ, ਨਾ ਝੂਰਦਾ ਹੈ ਅਤੇ ਨਾ ਹੀ ਰੋਵਣਹਾਰਾ ਹੈ, ਕਿਉਂਕਿ ਐਸੇ ਪ੍ਰਭੂ ਦੇ ਨਾਲ ਮਿਲਾਪ ਹੋ ਜਾਂਦਾ ਹੈ ਜਿਹੜਾ ਸਦਾ ਹੀ ਸਲਾਮਤ ਹੈ, ਜਿਹੜਾ ਅਬਿਨਾਸੀ ਹੈ। ਫਿਰ ਮਨ ਆਨੰਦ ਵਿੱਚ ਆ ਜਾਂਦਾ ਹੈ। ਇਹ ਰਹੋ ਪੰਕਤੀਆਂ ਨੇ ਸ਼ਬਦ ਦੀਆਂ। ਆਓ ਹੁਣ ਸ਼ਬਦ ਸ਼ੁਰੂ ਕਰਦੇ ਆਪਾਂ। ਨਿਕਟ ਜੀ ਕੈ ਸਦ ਹੀ ਸੰਗਾ। ਫਿਰ ਸਦਾ ਹੀ ਨੇੜੇ ਵਸਦਾ ਹੈ ਮਨ ਦੇ, ਸਦਾ ਹੀ ਸੰਗੀ ਹੈ। ਸਦਾ ਅੰਗ ਸੰਗੇ ਅਪੰਗੰ ਵਿਭੂਤੇ। ਕੁਦਰਤ ਵਰਤਾ ਰੂਪ ਅਰ ਰੰਗਾ। ਇਸ ਕੁਦਰਤ ਦੇ ਵਿੱਚ ਫਿਰ ਆਪ ਵਰਤ ਰਿਹਾ ਹੈ। ਕਿਹੋ ਜਿਹਾ ਉਸਦਾ ਰੂਪ ਹੈ? ਪ੍ਰਕਾਸ਼ ਰੂਪ। ਆਪਣੇ ਰੰਗ ਦੇ ਵਿੱਚ, ਆਪਣੇ ਪ੍ਰਕਾਸ਼ ਰੂਪ ਦੇ ਵਿੱਚ ਵਰਤ ਰਿਹਾ ਹੈ। ਇਹ ਦੂਜੀ ਉਸਦੀ ਕੁਦਰਤ ਹੈ। ਕੁਦਰਤ ਦੇ ਵਿੱਚ ਕਾਦਰ ਦਾ ਵਾਸਾ ਹੈ। ਸਦਾ ਹੀ ਨੇੜੇ ਵਸਦਾ ਹੈ। ਮਨ ਨੇਤਰਾਂ 'ਚ ਹੈ ਅਤੇ ਕਿੰਨਾ ਨੇੜੇ ਹੈ। ਜਿਉਂ ਨੇਤਰ ਖੁੱਲ੍ਹਦੇ ਨੇ ਸਭ ਤੋਂ ਪਹਿਲਾਂ ਉਸੇ ਦੇ ਦਰਸ਼ਨ ਹੁੰਦੇ ਨੇ। ਇੰਨਾ ਨੇੜੇ ਹੈ। ਸਰੀਰ ਦੇ ਬਾਕੀ ਅੰਗ ਵੀ ਮਨ ਦੇ ਤੋਂ ਦੂਰ ਨੇ, ਪਰ ਪ੍ਰਭੂ ਇੰਨਾ ਨੇੜੇ ਹੈ ਮਨ ਦੇ। ਤੇਰੇ ਦਾਸਰੇ ਕੋ ਕਿਸ ਕੀ ਕਾਣ। ਹੁਣ ਸਮਝਾਉਂਦੇ ਨੇ ਵੀ ਜਿਹੜਾ ਤੇਰਾ ਦਾਸਰਾ ਹੈ, ਤੇਰਾ ਸੇਵਕ ਹੈ, ਤੇਰਾ ਚਾਕਰ ਹੈ, ਉਸਨੂੰ ਕਿਸੇ ਦਾ ਕੋਈ ਡਰ ਨਹੀਂ ਹੈ, ਕਿਸੇ ਦੀ ਕੋਈ ਮੁਹਤਾਜੀ ਨਹੀਂ ਹੈ। ਜਿਸ ਕੀ ਮੀਰਾ ਰੱਖ ਆਣ। ਕਿਉਂਕਿ ਜਿਹਦੀ ਆਪ ਪ੍ਰਭੂ ਪਾਤਸ਼ਾਹ, ਜਿਹਦੀ ਆਪ ਰਾਖੀ ਕਰਦਾ ਹੈ, ਜਿਸ ਦਾ ਰਖਵਾਲਾ ਆਪ ਹੈ, ਉਸ ਨੂੰ ਕਿਸੇ ਦਾ ਡਰ ਨਹੀਂ ਹੈ, ਕਿਸੇ ਦੀ ਮੁਹਤਾਜੀ ਨਹੀਂ ਹੈ। ਜੋ ਲੌਡਾ ਪ੍ਰਭ ਕੀਆ ਆਜ਼ਾਦ। ਜਿਸ ਆਪਣੇ ਸੇਵਕ ਨੂੰ ਪ੍ਰਭੂ ਨੇ ਆਜ਼ਾਦ, ਆਪ ਪਰਮੇਸ਼ਰ ਕਿਹਾ, ਆਜ਼ਾਦ ਹੈ। ਸਾਡਾ ਮਨ ਆ ਕੇ ਜਾਤਾਂ ਦੇ ਵਿੱਚ ਫਸ ਜਾਂਦਾ ਹੈ। ਜਿਵੇਂ ਮਨੁੱਖਾ ਇੱਕ ਜਾਤੀ ਹੈ, 84 ਲੱਖ ਜੂਨਾਂ ਇਹ ਜਾਤੀ ਹੈ। ਫਿਰ ਮਨੁੱਖਾ ਜਾਤੀ ਦੇ ਵਿੱਚ ਫਿਰ ਅੱਗੇ ਅਸੀਂ ਸੰਸਾਰ ਦੇ ਵਿੱਚ ਜਾਤੀਆਂ ਬਣਾ ਲਈਆਂ ਨੇ। ਪਰ ਮਨ ਜਦੋਂ ਇਸ ਜਾਤ ਤੋਂ ਰਹਿਤ ਹੋ ਜਾਂਦਾ ਹੈ, ਆਪਣੇ ਪ੍ਰਕਾਸ਼ ਰੂਪ ਹੋ ਜਾਂਦਾ, ਜੋਤ ਰੂਪ ਹੋ ਜਾਂਦਾ ਹੈ, ਉੱਥੇ ਫਿਰ ਜਾਤ ਨਹੀਂ ਰਹਿੰਦੀ, ਉੱਥੇ ਜੋਤ ਰਹਿ ਜਾਂਦੀ ਹੈ। ਜਦੋਂ ਮਨ ਪ੍ਰਕਾਸ਼ ਹੋ ਜਾਂਦਾ ਹੈ, ਉਹ ਅਜਾਤ ਹੋ ਜਾਂਦਾ, ਜਿਵੇਂ ਪਰਮੇਸ਼ਰ ਅਜਾਤ ਹੈ। ਇੱਦਾਂ ਜਿਸ ਨੂੰ ਪ੍ਰਭੂ ਆਪ ਅਜਾਤ ਕਰ ਲੈਂਦਾ, ਆਪਣਾ ਰੂਪ ਕਰ ਲੈਂਦਾ ਹੈ। ਤਿਸ ਲੌਡੇ ਕੋ ਕਿਸ ਕੀ ਤਾਥ। ਕਹਿੰਦੇ ਉਸ ਸੇਵਕ ਨੂੰ, ਉਸ ਪ੍ਰਭੂ ਦੇ ਸੇਵਕ ਨੂੰ, ਚਾਕਰ ਨੂੰ ਫਿਰ ਕਿਸੇ ਦਾ ਕੋਈ ਡਰ ਨਹੀਂ ਹੈ, ਕਿਸੇ ਦਾ ਭੈ ਨਹੀਂ ਹੈ। ਕਿਉਂਕਿ ਜਦੋਂ ਆਪ ਉਸ ਨੂੰ ਆਪਣਾ ਰੂਪ ਬਣਾ ਲੈਂਦਾ ਹੈ, ਜਿੱਥੇ ਆਪਾਂ ਪੜ੍ਹਦੇ ਹਾਂ ਆਜ਼ਾਦ ਹੈ, ਆਜ਼ਾਦ ਹੈ,
ਆਪ ਵੀ ਆਜ਼ਾਦ ਹੈ, ਸਾਨੂੰ ਵੀ ਆਜ਼ਾਦ ਕਰ ਲੈਂਦਾ ਹੈ। ਆਪ ਵੀ ਅਬਿਨਾਸੀ ਹੈ, ਆਪ ਸਦਾ ਸਲਾਮਤ ਹੈ, ਅਵਗਤ ਹੈ, ਅਗੋਚਰ ਹੈ। ਅਤੇ ਸਾਡਾ ਮਨ ਵੀ ਉਹੀ ਰੂਪ ਹੋ ਜਾਂਦਾ ਹੈ, ਅਸੀਂ ਵੀ ਉਸੇ ਦਾ ਰੂਪ ਹੋ ਜਾਂਦੇ ਹਾਂ। ਪਰ ਜਿਸ ਨੂੰ ਆਪ ਪ੍ਰਭੂ ਦਇਆ ਕਰਦਾ ਹੈ, ਕਿਰਪਾ ਕਰਦਾ ਹੈ। ਬੇਮੁਹਤਾਜਾ ਬੇਪਰਵਾਹ। ਹੁਣ ਪ੍ਰਭੂ ਬੇਮੁਹਤਾਜਾ ਹੈ, ਬੇਪਰਵਾਹ ਹੈ। ਜਿਸ ਨੂੰ ਆਪਣਾ ਬਣਾ ਲੈਂਦਾ ਹੈ, ਉਸ ਨੂੰ ਵੀ ਬੇਮੁਹਤਾਜਾ ਬੇਪਰਵਾਹ ਕਰ ਦਿੰਦਾ ਹੈ। ਨਾਨਕ ਦਾਸ ਕਹੋ ਗੁਰ ਵਾਹ। ਫਿਰ ਐਸਾ ਜੀਵ ਜਿਹਨੂੰ ਆਪਣੇ ਵਰਗਾ ਬਣਾ ਲੈਂਦਾ ਹੈ, ਜਿਸ ਨੂੰ ਆਜ਼ਾਦ ਕਰ ਲੈਂਦਾ ਹੈ, ਜਿਸ ਦੇ ਸਦਾ ਨੇੜੇ ਵਸਦਾ ਹੈ, ਜਿਸ ਦਾ ਖਸਮ ਆਪ ਹੋ ਜਾਂਦਾ ਹੈ, ਉਹ ਫਿਰ ਸਾਨੂੰ ਉਸ ਗੁਰ ਦਾ ਗਿਆਨ ਦਿੰਦਾ ਹੈ, ਜਿਹੜਾ ਗੁਰ ਨੂੰ ਫਿਰ ਅਸੀਂ ਵਾਹੋ ਕਹਿੰਦੇ ਹਾਂ। ਜਿਸ ਗੁਰ ਦੀ ਸਿਫਤ ਸਲਾਹ ਫਿਰ ਕਰਦੇ ਹਾਂ, ਪਹਿਲਾਂ ਗਿਆਨ ਲੈਂਦੇ ਹਾਂ ਗੁਰ ਦਾ, ਫਿਰ ਗੁਰ ਨਾਲ ਪਿਆਰ ਪਾਉਂਦੇ ਹਾਂ। ਗੁਰ ਦੇ ਨਾਲ ਪਿਆਰ ਪਾਉਣਾ ਕੀ ਹੈ? ਗੁਰ ਨੂੰ ਵਾਹੋ ਵਾਹੋ ਕਹਿਣਾ। ਪਰ ਕੌਣ ਦਿੰਦਾ ਹੈ ਗਿਆਨ? ਇਹਦੇ ਬਾਰੇ ਦੱਸਦਾ ਕੌਣ ਹੈ? ਜਿਹਨੂੰ ਪ੍ਰਭੂ ਨੇ ਆਪਣਾ ਰੂਪ ਬਣਾ ਲੈਂਦਾ ਹੈ, ਆਪਣੇ ਵਰਗਾ ਬਣਾ ਲੈਂਦਾ ਹੈ, ਜਿਹਦਾ ਮਨ ਪ੍ਰਕਾਸ਼ ਰੂਪ ਹੋ ਜਾਂਦਾ ਹੈ। ਆਓ ਅਗਲਾ ਸ਼ਬਦ ਹੈ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ। ਸੁਣੀ ਨਾ ਜਾਈ ਸੱਚ ਅੰਮ੍ਰਿਤ ਕਾਥਾ, ਰਾਰ ਕਰਤ ਝੂਠੀ ਲੱਗ ਗਾਥਾ। ਹੁਣ ਐਸੇ ਜੀਵ ਜਿਨ੍ਹਾਂ ਨੂੰ ਪ੍ਰਭੂ ਆਪਣੇ ਬਣਾ ਲੈਂਦਾ ਹੈ, ਉਹ ਫਿਰ ਉਸ ਪ੍ਰਭੂ ਦੀ ਉਹ ਕਥਾ ਕਰਦੇ ਨੇ ਜਿਸ ਨੂੰ ਅੰਮ੍ਰਿਤ ਕਥਾ ਕਹਿ ਦਿੱਤਾ ਹੈ, ਸਹਿਜ ਕਥਾ ਕਹਿ ਦਿੱਤਾ ਹੈ, ਗੋਹਜ ਕਥਾ ਕਹਿ ਦਿੱਤਾ ਹੈ, ਅਕਥ ਕਥਾ ਕਹਿ ਦਿੱਤਾ ਹੈ। ਬਹੁਤ ਸਾਰੇ ਨਾਮ ਨੇ। ਪਰ ਦੂਜੇ ਜੀਵ ਇਸ ਨੂੰ ਸੁਣਦੇ ਨਹੀਂ, ਸੁਣ ਨਹੀਂ ਸਕਦੇ, ਕਿਉਂਕਿ ਉਹ ਕਥਾ ਕਹਾਣੀਆਂ ਸੰਸਾਰੀ ਸੁਣਦੇ ਨੇ। ਉਹਨਾਂ ਦੇ ਨਾਲ ਉਹਨਾਂ ਦਾ ਪਿਆਰ ਹੈ। ਰਾਰ ਕਰਤ ਝੂਠੀ ਲੱਗ ਗਾਥਾ। ਜਿਹੜੀਆਂ ਝੂਠੀਆਂ ਗਾਥਾਵਾਂ ਨੇ, ਜਿਵੇਂ ਇਤਿਹਾਸ ਹੈ, ਕਿਉਂਕਿ ਇਤਿਹਾਸ ਕਿਸ ਦਾ ਹੈ? ਨਾਸਵਾਨ ਚੀਜ਼ਾਂ ਦਾ। ਅਤੇ ਸੱਚਾ ਪ੍ਰਭੂ ਹੈ, ਇਸ ਕਰਕੇ ਪ੍ਰਭੂ ਦੀ ਕਥਾ ਵੀ ਸੱਚੀ ਹੈ। ਲੇਕਿਨ ਜੀਵ ਪ੍ਰਭੂ ਦੀ ਕਥਾ ਨਹੀਂ ਸੁਣ ਸਕਦੇ, ਕਿਉਂਕਿ ਉਹ ਸੰਸਾਰ ਦੀਆਂ ਗਾਥਾਵਾਂ ਨੂੰ ਸੁਣਦੇ ਨੇ। ਰਾਰ ਕਰਤ ਝੂਠੀ ਲੱਗ ਗਾਥਾ, ਜੋ ਝੂਠ ਹੈ, ਕਿਉਂਕਿ ਸੰਸਾਰ ਹੀ ਝੂਠ ਹੈ, ਸਰੀਰ ਹੀ ਝੂਠ ਹੈ। ਸਰੀਰ ਦੀਆਂ ਗਾਥਾਵਾਂ ਵੀ ਝੂਠ ਨੇ, ਆਕਾਰਾਂ ਦੀਆਂ ਗਾਥਾਵਾਂ ਵੀ ਝੂਠ ਨੇ। ਪਰ ਜਿਹੜੇ ਜੀਵ ਇਹਨਾਂ ਦੇ ਨਾਲ ਪਿਆਰ ਕਰਦੇ ਨੇ, ਇਹਨਾਂ ਨੂੰ ਸੁਣਦੇ ਨੇ, ਉਹ ਫਿਰ ਉਹ ਸੱਚੀ ਕਥਾ ਨਹੀਂ ਸੁਣ ਸਕਦੇ। ਅੰਮ੍ਰਿਤ ਕਥਾ ਜਿਹੜੀ ਹੈ ਉਹ ਉਹਨਾਂ ਕੋਲੋਂ ਸੁਣੀ ਨਹੀਂ ਜਾਂਦੀ। ਇਹ ਰਹੋ ਪੰਕਤੀਆਂ ਨੇ। ਔਰ ਸ਼ਬਦ ਦੇ ਸ਼ੁਰੂ ਕਰਦੇ ਹਾਂ। ਹਰ ਰਸ ਛੋੜ ਹੋਸ਼ੈ ਰਸ ਮਾਤਾ। ਕਹਿੰਦੇ ਹਰੀ ਦੇ ਰਸ ਨੂੰ ਛੱਡ ਦਿੰਦਾ ਹੈ ਜੀਵ, ਹੋਸ਼ੇ ਰਸਾਂ ਦੇ ਨਾਲ ਮਸਤ ਹੋ ਜਾਂਦਾ ਹੈ। ਹੋਸ਼ੇ ਰਸਾਂ ਨੂੰ ਪੀਂਦਾ ਹੈ, ਹੋਸ਼ੇ ਰਸਾਂ ਨੂੰ ਲੋਚਦਾ ਹੈ, ਅਤੇ ਹਰੀ ਦੇ ਰਸ ਨੂੰ ਛੱਡ ਦਿੰਦਾ ਹੈ। ਘਰ ਮੈਂ ਵਸਤ ਬਾਹਰ ਉੱਠ ਜਾਤਾ। ਘਰ ਦੇ ਵਿੱਚ ਵਸਤੂ ਪਈ ਹੈ ਸਾਡੀ ਸੱਚੀ ਨਾਮ, ਲੇਕਿਨ ਜੀਵ ਘਰ ਦੇ ਵਿੱਚ ਵਸਤੂ ਪ੍ਰਾਪਤ ਨਹੀਂ ਕਰਦਾ। ਛੱਡ ਕੇ, ਹਰੀ ਨੂੰ ਛੱਡ ਕੇ ਬਾਹਰ ਉੱਠ ਕੇ ਚਲੇ ਜਾਂਦਾ ਹੈ, ਜਿੱਥੇ ਹੋਸ਼ੇ ਰਸ ਨੇ, ਹੋਸ਼ਾ ਗਿਆਨ ਹੈ, ਗਥਾਵਾਂ ਨੇ ਝੂਠ ਦੀਆਂ, ਸੱਚ ਦਾ ਗਿਆਨ ਨਹੀਂ ਲੈ ਸਕਦਾ। ਬਜੋ ਸਾਹਿਬ ਕਾ ਸੇ ਬਰਾਨੀ। ਅਸੀਂ ਸੰਸਾਰ 'ਚ ਆਏ ਹਾਂ ਪ੍ਰਭੂ ਦੀ ਦਇਆ ਦੇ ਨਾਲ, ਪ੍ਰਭੂ ਦੀ ਕਿਰਪਾ ਸਦਕਾ। ਉਸੇ ਨੇ ਸਾਨੂੰ ਇਸ ਸਰੀਰ ਦਿੱਤਾ, ਉਸੇ ਨੇ ਮਨ ਦੀ ਬਣਤ ਬਣਾਈ ਹੈ। ਲੇਕਿਨ ਅਸੀਂ ਸੇਵਾ ਕਿਸ ਦੀ ਕਰਦੇ ਹਾਂ? ਦੂਜਿਆਂ ਦੀ, ਨਾਸਵਾਨ ਚੀਜ਼ਾਂ ਦੀ। ਗੁਣ ਕਿਸ ਦੇ ਗਾਉਂਦੇ ਹਾਂ? ਨਾਸਵਾਨ ਚੀਜ਼ਾਂ ਦੇ। ਜਿਸ ਨੇ ਸਾਨੂੰ ਪੈਦਾ ਕੀਤਾ ਹੈ, ਜੋ ਸਾਨੂੰ ਪਾਲਦਾ ਹੈ, ਜੋ ਸਦਾ ਹੀ ਸਾਡੇ ਪੈਰੇ 'ਤੇ ਰਹਿੰਦਾ ਹੈ। ਚਾਹੇ ਅਸੀਂ ਸੌਂਦੇ ਹਾਂ, ਜਾਗਦੇ ਹਾਂ,
हर समय पैरे ते है, पर ਅਸੀਂ ਉਸ ਦੇ ਨਾਲ ਪਿਆਰ ਨਹੀਂ ਪਾਉਂਦੇ, ਉਸ ਦੀ ਸੇਵਾ ਨਹੀਂ ਕਰਦੇ, ਕਿਉਂਕਿ ਉਸ ਦੀ ਸੇਵਾ ਤਾਂ ਹੋਣੀ ਕਿਵੇਂ ਹੈ? ਦੇਖ ਦੇਖ ਕੇ, ਧਿਆਨ ਦੁਆਰਾ। ਅਸੀਂ ਉਸ ਦੀ ਸੇਵਾ ਨਹੀਂ ਕਰਦੇ। ਸੇਵਾ ਕਿਹਦੀ ਕਰਦੇ? ਦੂਜਿਆਂ ਦੀ। ਐਸੇ ਗੁਣ ਹੈ ਅਸਾਧਿਓ ਪ੍ਰਾਣੀ, ਐਸੇ ਗੁਨਾਹਾਂ ਦੇ ਵਿੱਚ ਜੀਵ ਆਪਣਾ ਜੀਵਨ ਗਵਾ ਲੈਂਦਾ ਹੈ। ਐਸੇ ਗੁਨਾਹ ਕਰਕੇ ਆਪਣੇ ਜੀਵਨ ਨੂੰ ਗਵਾ ਲੈਂਦਾ ਹੈ, ਆਪਣਾ ਜੀਵਨ ਵਿਅਰਥ ਕਰ ਲੈਂਦਾ ਹੈ। ਤਿਸ ਸਿਓ ਲੂਕ ਜੋ ਸਦ ਹੀ ਸੰਗੀ, ਕਹਿੰਦੇ ਉਸੇ ਤੋਂ ਸਮਝਦਾ ਹੈ ਵੀ ਜੋ ਮੈਂ ਕੰਮ ਕਰਦਾ ਹਾਂ, ਪਾਪ ਕਰਦਾ ਹਾਂ, ਮਾੜੇ ਕਰਮ ਕਰਦਾ ਹਾਂ, ਕਿ ਉਹ ਨਹੀਂ ਦੇਖਦਾ। ਲੇਕਿਨ ਪਤਾ ਨਹੀਂ ਕਿ ਉਹ ਤਾਂ ਸਦਾ ਹੀ ਦੇਖਦਾ ਹੈ, ਸਦਾ ਹੀ ਸੰਗੀ ਹੈ। ਉਸੇ ਨੂੰ ਅਸੀਂ ਨਹੀਂ ਉਸ ਨੂੰ ਦੇਖਣਾ ਚਾਹੁੰਦੇ, ਕਿਉਂਕਿ ਅਸੀਂ ਉਸ ਦਾ ਗਿਆਨ ਨਹੀਂ ਲੈਣਾ ਚਾਹੁੰਦੇ, ਉਸ ਦੀ ਕਥਾ ਨਹੀਂ ਸੁਣਨੀ ਚਾਹੁੰਦੇ, ਅਸੀਂ ਘਰ 'ਚ ਨਹੀਂ ਬੈਠਣਾ ਚਾਹੁੰਦੇ। ਲੇਕਿਨ ਇਹ ਨਹੀਂ ਕਿ ਉਹ ਸਾਨੂੰ ਦੇਖਦਾ ਨਹੀਂ, ਉਹ ਦੇਖਦਾ ਹੈ, ਸਦਾ ਹੀ ਸੰਗ ਹੈ, ਕਿਉਂਕਿ ਉਹ ਸਰਬ ਵਿਆਪੀ ਹੈ। ਕਾਮ ਨਾ ਆਵੈ ਸੋ ਫਿਰ ਮੰਗੀ, ਅਤੇ ਕੀ ਹਾਲਤ ਹੈ? ਕਹਿੰਦੇ ਜਿਹੜੀ ਚੀਜ਼ ਸਾਡੇ ਕੰਮ ਨਹੀਂ ਆਉਣੀ ਮੰਨਦੇ, ਉਸ ਨੂੰ ਵਾਰ-ਵਾਰ ਮੰਗਦਾ ਹੈ। ਜੋ ਸਾਡੇ ਕੰਮ ਆਉਣੀ ਹੈ ਉਸ ਦੇ ਨਾਲ ਪਿਆਰ ਨਹੀਂ ਪਾਉਂਦਾ, ਉਸ ਨੂੰ ਮੰਗਦਾ ਨਹੀਂ। ਜੋ ਨਾਮ ਵਸਤ ਹੈ ਉਸ ਨੂੰ ਨਹੀਂ ਮੰਗਦਾ ਜੀਵ, ਮੰਗਦਾ ਕੀ ਹੈ? ਸੰਸਾਰੀ ਵਸਤਾਂ ਜਿਹੜੀਆਂ ਇਸ ਦੇ ਕੰਮ ਨਹੀਂ ਆਉਣੀਆਂ। ਕਹੋ ਨਾਨਕ ਪ੍ਰਭ ਦੀਨ ਦਿਆਲਾ, ਇਹ ਆਪਣੇ ਜੀਵ ਆਪਣੀ ਅਵਸਥਾ ਦੀ ਗੱਲ ਕਰ ਰਿਹਾ ਹੈ ਇੱਥੇ, ਆਪਣੀ, ਕਿ ਮੈਂ ਇੱਦਾਂ ਵਿਚਰਦਾ ਹਾਂ, ਉਸ ਪ੍ਰਭੂ ਦੀ ਸੇਵਾ ਨਹੀਂ ਕਰਦਾ, ਹੋਸ਼ੇ ਰਸਾਂ ਦੇ ਵਿੱਚ ਮੈਂ ਮਸਤ ਹਾਂ। ਪ੍ਰਭੂ ਤਾਂ ਪੈਦਾ ਕੀਤਾ ਹੋਇਆ ਹਾਂ, ਉਹ ਪਾਲਣਹਾਰ ਹੈ, ਲੇਕਿਨ ਸੇਵਾ ਮੈਂ ਹੋਰ ਦੀ ਕਰਦਾ ਹਾਂ। ਅਤੇ ਫਿਰ ਇੰਨਾ ਕੁਛ ਜਦੋਂ ਸੋਝੀ ਹੋ ਜਾਂਦੀ ਹੈ, ਗਿਆਨ ਹੋ ਜਾਂਦਾ ਹੈ ਜੀਵ ਨੂੰ। ਕਦੋਂ ਹੁੰਦਾ ਹੈ? ਜਦੋਂ ਅਸੀਂ ਸਤਿਗੁਰਾਂ ਦੀ ਬਾਣੀ ਪੜ੍ਹਦੇ ਹਾਂ ਜਾਂ ਅਸੀਂ ਸੰਗਤ ਦੇ ਵਿੱਚ ਆਉਂਦੇ ਹਾਂ। ਫਿਰ ਜੀਵ ਬੇਨਤੀ ਕਰਦਾ ਹੈ ਪ੍ਰਭੂ ਦੇ ਚਰਨਾਂ ਦੇ ਵਿੱਚ, ਕਹੋ ਨਾਨਕ ਪ੍ਰਭ ਦੀਨ ਦਿਆਲਾ, ਜਿਉਂ ਭਾਵ ਹੈ ਤਿਉਂ ਕਰ ਫਿਰਤ ਪਾਲਾ। ਸਾਡੀ ਤਾਂ ਇਹ ਅਵਸਥਾ ਹੈ, ਪਰ ਹੇ ਪ੍ਰਭੂ, ਹੇ ਦੀਨ ਦਿਆਲ, ਹੁਣ ਅਸੀਂ ਤੇਰੇ ਚਰਨਾਂ 'ਚ ਬੇਨਤੀ ਕਰਦੇ ਹਾਂ, ਹੁਣ ਤੂੰ ਸਾਨੂੰ ਆਪ ਪ੍ਰਤਪਾਲ ਕਰ, ਤੂੰ ਆਪ ਸਾਨੂੰ ਆਪਣੇ ਚਰਨਾਂ ਨਾਲ ਜੋੜ, ਕਿਉਂਕਿ ਅਸੀਂ ਤਾਂ ਜਿਹੋ ਜਿਹੇ ਹੈਗੇ ਉਹ ਬਿਆਨ ਕਰ ਦਿੱਤਾ ਹੈ। ਲੇਕਿਨ ਤੂੰ ਸਾਡੇ 'ਤੇ ਦਇਆ ਕਰ, ਕਿਉਂਕਿ ਤੂੰ ਦਿਆਲੂ ਹੈ, ਤੂੰ ਕਿਰਪਾਲੂ ਹੈ। ਤੂੰ ਆਪ ਸਾਨੂੰ ਚਲਾ, ਤੂੰ ਆਪ ਸਾਡੀ ਪ੍ਰਤਪਾਲ ਕਰ। ਜਦੋਂ ਜੀਵ ਆਪਣੇ ਬਾਰੇ ਵਿਚਾਰ ਕਰਦਾ ਹੈ ਕਿ ਮੈਂ ਕੀ ਕਰਦਾ ਹਾਂ, ਆਇਆ ਕੀ ਕਰਨਾ ਹਾਂ, ਕਿਉਂਕਿ ਫਿਰ ਮੰਗਣਾ ਕਿਸ ਤੋਂ ਹੈ? ਪ੍ਰਭੂ ਤੋਂ। ਉਹੀ ਫਿਰ ਸਾਨੂੰ ਆਪਣੀ ਸੇਵਾ ਦੇ ਵਿੱਚ ਲਾ ਲੈਂਦਾ ਹੈ, ਦਇਆ ਕਰਦਾ ਹੈ। ਆਓ ਅਗਲਾ ਫਿਰ ਆਸਾ ਮਹੱਲਾ ਪੰਜਵਾਂ। ਆਸਾ ਰਾਗ ਦੇ ਵਿੱਚ ਮਹੱਲੇ ਪੰਜਵੇਂ ਦਾ ਸ਼ਬਦ ਹੈ। ਰਹੋ ਪੰਕਤੀਆਂ ਨੇ, ਬਿਨ ਹਰ ਨਾਮ ਅਵਰ ਸਭ ਥੋਰਾ, ਤ੍ਰਿਪਤ ਅਗਾਵੈ ਹਰ ਦਰਸ਼ਨ ਮਨ ਮੋਰਾ। ਹੁਣ ਇੱਥੇ ਸਮਝਾਉਂਦੇ ਨੇ ਜਿਨ੍ਹਾਂ 'ਤੇ ਦਇਆ ਕਰਦਾ ਹੈ, ਜਿਨ੍ਹਾਂ ਨੂੰ ਆਪਣੇ ਦਰਸ਼ਨ ਦਿੰਦਾ ਹੈ, ਉਹਨਾਂ ਦਾ ਮਨ ਹੁਣ ਇੱਥੇ ਸਮਝਾਉਂਦਾ ਹੈ ਜੀਵ ਕਿ ਮੇਰਾ ਮਨ ਉਸ ਪ੍ਰਭੂ ਦੇ ਦਰਸ਼ਨ ਕਰਕੇ ਤ੍ਰਿਪਤ ਹੈ, ਰੱਜਿਆ ਹੈ। ਹੁਣ ਭੁੱਖ ਖਤਮ ਹੈ ਹੋਰ ਚੀਜ਼ਾਂ ਦੀ, ਕਿਉਂਕਿ ਦਰਸ਼ਨਾਂ ਦੇ ਨਾਲ ਮਨ ਤ੍ਰਿਪਤ ਹੋ ਗਿਆ ਹੈ। ਅਤੇ ਫਿਰ ਦੱਸਦਾ ਹੈ ਕਿ ਬਿਨ ਹਰ ਨਾਮ ਅਵਰ ਸਭ ਥੋੜਾ, ਕਿ ਪ੍ਰਭੂ ਦੇ ਨਾਮ ਤੋਂ ਬਿਨਾਂ ਹੋਰ ਵੀ ਕੋਈ ਚੀਜ਼ ਪੂਰੀ ਨਹੀਂ ਹੈ।
सब कुछ थोड़ा ही है जे नाम तो बिना। जे प्रभु का नाम मिल गया, प्रभु के दर्शन हो गए, फिर सारा कुछ ही मिल गया। फिर मन तृप्त हो जाता है प्रभु के दर्शन करके। ये रहो पंक्तियां ने शब्द दियां। आओ शब्द शुरू करते हाँ। जी प्राण धन हर को नाम। कहते मन का जिहड़ा तन है वो किहड़ा है? हरि का नाम। कित्थों शुरू हो जाता है? जिथों प्रभु सानू प्राण दे रहा है, श्वास दे रहा। इत्थों ही जदों ध्यान लगा लेंदे हाँ, इत्थे ही नाम प्रगट हो जाता है ते पाउण तो असीं वख हो जाते हाँ ते नाम दे विच ध्यान जुड़ जाता है। ये साडा सच्चा तन है। इस तो बिना फिर सारा कुछ ही थोड़ा है। इहाँ उहाँ उन संकाम, इत्थे भी अगे भी, क्योंकि नाम दे नाल ही साडा असली कम है। नाम ही ऐसा तन है जिहड़ा साडे नाल चलदा है। पर इस नूं संभालिया कित्थे जांदा है? हिरदे दे विच। ये कोई लिखण बोलण तक नहीं है, इसनूं हिरदे दे विच संभाल लिया जाता है। जिवें आपां देखते हाँ, आपां संसारिक वस्तां इकट्ठियां करते हाँ, साਂਭ के रखते हाँ। कुछ वस्तां पहनण वालियां आपां अलमारियां 'च रखते हाँ, कुछ खाण वालियां वस्तां आपां उन्हां नूं भी संभाल के रखते हाँ वधिया भांडिਆਂ ਦੇ ਵਿੱਚ। पीण वालियां इदां हर एक वस्तु नूं संभालिया जाता है। इदां ही जिहड़ा नाम वस्तु है वो हिरदे दे विच संभाली जाती है। जे आपां उदां ही भोजन भोजन कही जाइए, संभालिया नहीं है तो रज नहीं आ सकेगा, समय ते भुख लगेगी होर। जे भोजन है तो असीं छक लावांगे, तृप्त हो जाएंगे। इदां ही जिन्हां दे हिरदे च प्रभु वस जाता है, नाम बस जाता है, वो तृप्त ने। ते दूजे सिर्फ बोलण तक ने, कूकदे रहिंदे ने, पर तृप्त नहीं होंदे। क्योंकि तृप्त होना है जदों उस भोजन नूं प्राप्त करना है। जदों उस धन नूं प्राप्त हो जाता है, फिर मन तृप्त हो जाता है। भगत भंडार गुरबाणी लाल। भगती दा भंडार, गुरबाणी, गुर दी बाणी। जिमें यह गुरबाणी है जो आपां विचारते हाँ, इदां ही एक गुरबाणी है। गुरबाणी की है? जुगत, गुर, गुर दा ज्ञान। गावत सुनत कमावत निहाल। हुण जिहड़ा उस बाणी नूं गाउंदा है उसनूं सुनना है, सुन के कमाउणा है। कमाउण दे नाल जीव निहाल हुंदा है। गावत सुनत, गाउणे वाला गाउंदा है, सुनने वाले ने सुनना है, सुन के फिर कमाउणा है। कमावत निहाल। चरण कमल स्यो लागो मान। प्रभु दे चरण कमलों दे विच मन लग गया, जुड़ गया है। सुन के मन के सतगुर तुठै कीनो दान। सतगुर खुश हो जाता है, वो फिर सानू नाम दा दान बख्शिश करता है। नानक को गुर दीख्या दीन। फिर आप प्रभु अपने जनां नूं गुर दी दीख्या देंदा है। गुर दीख्या नाल की हुंदा है? प्रभ अविनाशी कट कट चीन। असीं उस प्रभु नूं जो अविनाशी प्रभु है, कट कट दे विच उस दे दर्शन कर लेंदे हाँ जदों सानू गुर दी दीख्या दे देंदा है। जे असीं सुणदे हाँ, मनदे हाँ, कमाउंदे हाँ, कट कट दे विच प्रभु नूं वसदा देखते हाँ। क्योंकि वह कट कट दे विच वसदा है। कट कट में हर जू वसै, संतन कहो पुकार। कहो नानक ते भज मना, पौ निध उतरै पार।
आओ अगला शब्द फिर आसा महला पंजवें का आसा राग दे विच महले पंजवें का शब्द आसा महला पंजवां। रहो पंक्तियां ने पूर समगरी पूरे ठाकुर की। जिहड़ा ठाकुर पूरा है उसकी समगरी भी पूरी है। हुण दो तरह दियां वस्तां ने संसार दे विच। एक तन दियां तन वास्ते वस्तां ने, तन दियां लोड़ां ने। ये जिहड़ा तन दे वास्ते जिहड़ा सारा कुछ है, जिहड़ा दृष्टमान है, इसका मालिक भी प्रभु है, लेकिन आप मालिक ने एक काल दे वस कीतियां ने। जिन्नियां खंडां ब्रह्मंडां दे विच, पताल दे विच, दीपां दे विच, लोह दे विच, लोक दे विच जिन्नी वस्तां ने, जिन्हों महाराज समझाउंदे ने खंड पताल दीप सब लोहा सब काले बस आप प्रभ किया। एक काल दे बस है, आप प्रभु ने उसते सुपुर्द किया होया है। इस करके एक मन की समगरी है। जिहड़ा मन दे वास्ते है वो काल दे वस नहीं है, वो प्रभु ने अपने कोल रखा है। श्वास अपने कोल रखे ने, आप दे के पालदा है सारियां नूं। ते नाम दी वस्तु अपने को रखी है, क्योंकि दोनों ही बहुत अमुलक ने, जिन्हां दी कीमत नहीं है। श्वास भी जदों पूरे हो गए, कोई किड्डा अरबापति खरबापति होवे, श्वास नहीं लै सकदा, सारा धन दे के भी नहीं मिलते। इहदा नाम भी है, चाहे कोई अरबापति खरबापति है, नाम नहीं प्राप्त कर सकता जब तक प्रभु खुश नहीं होता। नाम नहीं प्राप्त कर सकता, क्योंकि नाम प्रभु दे कोल है। उसनूं देंदा है जिस ते दया करदा है, चौथे पद विच जिसनूं लैके जांदा है। कर किरपा जिस आपन ना लावे, नानक चौथे पद में सो जन परमगत पावे। इस करके ये प्रभु दा अपना खजाना है, उसे दी सारी फिर समगरी है। भरपूर धार रही शोभ जाकी, कहंदे उस प्रभु दी शोभा है जिहदी, उसकी ठाकर दी पूरी समगरी है, हर थां ते भरपूर है। भरपूर धार रही शोभ जाकी, इस करके उसकी शोभा संसार दे विच है, समगरी भी उसे दी है, ते संसार दे विच हर थां ते प्रभु दा बसा है। लेकिन उसने आप अपने चाकरां द्वारा अपनी सिफसला कराउंदा है, अपने चाकरां द्वारा उस जिथे आ वसदा उत्थे दा ज्ञान देंदा है। ते दूजे पासे जिहड़ियां संसारी वस्तां ने एक काल दे सुपुर्द ने। आनंद विनोद भरे पुर धारिया, अपना कारज आप सवारिया। समझाउंदे ने कि प्रभु जो आनंद विनोद, उसे दा यह सारा संसार धारिया होया है, उसे दा पैदा किया होया है। अपना कारज आप सवारिया, अपना कारज आप सवारदा है। अपना उसका कारज केड़ा है? अपने जीवां नूं अपने नाल जोड़ना, अपने भगतां नूं अपना ज्ञान देना, अपने भगतां द्वारा संसार दा उदार करना, ये उसका अपना कारज है। फिर आप सवारदा है, उसे ने ड्यूटियां लाइयां ने बाकी हर एक काम दे करन दियां। जिमें आप पढ़ते हाँ, एक कामाई जुगत व्याई तीन चेले प्रवान, एक संसारिक भंडारी कलाए दीवान। एक संसारी है, एक भंडारी है, ते एक प्रभु की सिफत सलाह भी करता है, ते एक संसार का विनाश भी करता है। इदां आप ही प्रभु ने
ਜੀਵਾਂ ਨੂੰ ਡਿਊਟੀਆਂ ਲਾਈਆਂ ਨੇ। ਪਰ ਇਹ ਜਿਹੜਾ ਨਾਮ ਜਪਾਉਣਾ, ਮੁਕਤੀ ਦੇਣਾ, ਇਹ ਉਸ ਦਾ ਆਪਣਾ ਕਾਰਜ ਹੈ, ਆਪ ਹੀ ਸਵਾਰ ਦਿੰਦਾ ਹੈ, ਜਿਨ੍ਹਾਂ 'ਤੇ ਖੁਸ਼ ਹੁੰਦਾ ਹੈ। ਜਦੋਂ ਕਿਸੇ ਨੂੰ ਆਪਣਾ ਰੂਪ ਬਣਾ ਲੈਂਦਾ, ਜਿਸ ਨੂੰ ਆਪਾਂ ਪੜ੍ਹਦੇ ਹਾਂ, ਨਿਰਗੁਣ ਸਰਗੁਣ ਨਿਰੰਕਾਰ, ਸੁਨ ਸਮਾਧੀ ਆਪ, ਆਪਨ ਕੀਆ ਨਾਨਕਾ, ਆਪੇ ਹੀ ਫਿਰ ਜਾਪ। ਨਾਮ ਨਿਧਾਨ ਜਾ ਕੇ ਨਿਰਮਲ ਸੋਏ। ਹੁਣ ਉਸ ਪ੍ਰਭੂ ਦਾ ਜਿਹੜਾ ਖਜ਼ਾਨਾ ਹੈ ਨਾਮ ਦਾ, ਜਿਹਦੇ ਦੁਆਰਾ ਫਿਰ ਮਨ ਨਿਰਮਲ ਹੋਣਾ ਹੈ, ਜਿੱਥੇ ਖੁਸ਼ ਹੁੰਦਾ ਹੈ, ਉਸ ਨੂੰ ਫਿਰ ਇਹ ਖਜ਼ਾਨਾ ਬਖਸ਼ਿਸ਼ ਕਰ ਦਿੰਦਾ ਹੈ, ਮਨ ਨਿਰਮਲ ਹੋ ਜਾਂਦਾ ਹੈ। ਕਿਉਂਕਿ ਪ੍ਰਭੂ ਵੀ ਨਿਰਮਲ ਹੈ, ਉਸ ਦੀ ਦਾਤ ਵੀ ਨਿਰਮਲ ਹੈ। ਇਸ ਕਰਕੇ ਭਾਂਡਾ ਵੀ ਨਿਰਮਲ ਹੋਏਗਾ, ਫਿਰ ਭਾਂਡੇ ਦੇ ਵਿੱਚ ਵਸਤੂ ਪੈਂਦੀ ਹੈ। ਆਪੇ ਕਰਤਾ ਅਵਰ ਨਾ ਕੋਏ। ਆਪ ਹੀ ਕਰਤਾ ਹੈ, ਦੂਜਾ ਨਹੀਂ ਕਰ ਸਕਦਾ। ਪਰ ਆਪ ਜਨਾ ਕੇ ਜੀਵਾਂ ਨੂੰ ਫਿਰ ਆਪ ਆਪਣੇ ਜੀਵਾਂ ਦੁਆਰਾ ਆਪਣਾ ਕਰਮ ਆਪ ਕਰਾਉਂਦਾ ਹੈ, ਆਪਣਾ ਕਾਰਜ ਆਪ ਸਵਾਰਦਾ ਹੈ। ਜੀ ਜੰਤ ਸਭ ਤਾ ਕੈ ਹੱਥ। ਜਿੰਨੇ ਜੀ ਜੰਤ ਨੇ ਸਭ ਉਸੇ ਦੇ ਹੱਥ ਦੇ ਵਿੱਚ ਨੇ। ਰੱਬ ਰਹਿਆ ਪ੍ਰਭ ਸਭ ਕੈ ਸਾਥ। ਤੇ ਸਾਰਿਆਂ ਦਾ ਸਾਥ ਵੀ ਰੱਬ ਰਿਹਾ ਹੈ, ਮਾਲਕ ਸਾਰਿਆਂ ਦੇ ਸੰਗੀ ਹੈ, ਕਿਉਂਕਿ ਸਭ ਨੂੰ ਸਵਾਸ ਦੇ ਕੇ ਜਿੰਦਾ ਰੱਖ ਰਿਹਾ ਹੈ। ਕੋਈ ਚਾਹੇ ਜਲ ਵਿੱਚ ਹੈ, ਥਲ ਵਿੱਚ ਹੈ, ਮਈਹਲ ਵਿੱਚ ਹੈ, ਪੰਛੀ ਨੇ, ਧਰਤੀ ਦੇ ਜਾਨਵਰ ਨੇ, ਪਤਾਲ ਦੇ ਜਾਨਵਰ ਨੇ, ਜੋ ਕਿਤੇ ਵੀ ਹੈ ਉੱਥੇ ਉਹਨਾਂ ਨੂੰ ਆਪ ਪਾਲ ਰਿਹਾ ਹੈ। ਇਸ ਕਰਕੇ ਉੱਥੇ ਹਾਜ਼ਰ ਹੈ, ਜਲ ਵਿੱਚ ਵੀ ਹੈ, ਥਲ ਵਿੱਚ ਵੀ ਹੈ, ਮਈਹਲ ਵਿੱਚ ਵੀ ਹੈ। ਸਾਰਿਆਂ ਵਿੱਚ ਰਹਿ ਕੇ ਫਿਰ ਸਾਰਿਆਂ ਤੋਂ ਨਿਰਲੇਪ ਹੈ, ਹਰ ਥਾਂ ਪਾਲ ਰਿਹਾ ਹੈ ਜੀਵਾਂ ਨੂੰ। ਇਸ ਕਰਕੇ ਸਮਝਾਉਂਦੇ ਨੇ ਕਿ ਸਾਰਿਆਂ ਦਾ ਸਾਥੀ ਹੈ, ਸਾਰਿਆਂ ਦਾ ਸੰਗੀ ਹੈ। ਇਹ ਵੱਖਰੀ ਗੱਲ ਹੈ ਕਿ ਜੀਵ ਭਟਕਿਆ ਹੈ, ਮਨੁੱਖ ਭਟਕਦੇ ਵਿੱਚ ਭਟਕਿਆ ਹੈ, ਉਸ ਨੂੰ ਨਹੀਂ ਜਾਣਦਾ, ਲੇਕਿਨ ਬਾਕੀ ਉਸ ਨੂੰ ਜਾਣਦੇ ਨੇ, ਪਰ ਉਹ ਸਮਾ ਨਹੀਂ ਸਕਦੇ। ਮਨੁੱਖ ਹੈ ਜਿਹੜਾ ਗੁਰ ਦਾ ਗਿਆਨ ਲੈ ਕੇ ਸਮਾ ਸਕਦਾ ਹੈ, ਲੇਕਿਨ ਮਨ ਮੂਰਖ ਹੋ ਚੁੱਕਿਆ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਮਝਾਉਂਦੇ ਨੇ, ਜੀ ਜੰਤ ਸਭ ਜਨੰਤ ਜਾਹੇ। ਵੀ ਸਾਰੇ ਜੀਵ ਜੰਤ ਜਿਹਨੂੰ ਜਾਣਦੇ ਨੇ, ਮਨ ਮੂਰਖ ਕਿਉਂ ਨਾ ਸਿਮਰੰਤ ਤਾਹੇ। ਕਿ ਹੇ ਮਨ ਮੂਰਖ, ਤੂੰ ਕਿਉਂ ਨਹੀਂ ਉਹਨੂੰ ਸਿਮਰਦਾ ਜਿਹਨੂੰ ਸਾਰੇ ਜਾਣਦੇ ਨੇ, ਸਾਰੇ ਸਿਮਰਦੇ ਨੇ, ਸਾਰੇ ਗਾਉਂਦੇ ਨੇ। ਬਸ ਫਰਕ ਇਹ ਹੈ ਕਿ ਉਸਦੇ ਸਮਾ ਨਹੀਂ ਸਕਦੇ, ਉਹਦੇ 'ਚ ਸਮਾ ਕੇ ਨਹੀਂ ਗਾਉਂਦੇ, ਉਹਦੇ 'ਚ ਰਤ ਕੇ ਨਹੀਂ ਗਾਉਂਦੇ। ਸੰਸਾਰ ਦੇ ਵਿੱਚ ਮਨੁੱਖ ਹੈ, ਭਗਤੀ ਕਰਕੇ ਪ੍ਰਭੂ ਦੇ ਵਿੱਚ ਇੱਕਮਿਕ ਹੋ ਕੇ ਫਿਰ ਉਸ ਨੂੰ ਗਾਉਂਦਾ ਹੈ। ਪੂਰਾ ਗੁਰ ਪੂਰੀ ਬਣਤ ਬਣਾਈ। ਉਸ ਪ੍ਰਭੂ ਨੇ ਆਪ ਪੂਰੀ ਬਣਤ ਬਣਾਈ ਹੈ। ਕਿਸ ਦੀ? ਪੂਰੇ ਗੁਰ ਦੀ। ਆਪ ਪੂਰਾ ਗੁਰ ਆਪਣੇ ਭਗਤਾਂ ਦੁਆਰਾ ਸੰਸਾਰ ਨੂੰ ਦਿੰਦਾ ਹੈ। ਖਜ਼ਾਨਾ ਪ੍ਰਭੂ ਆਪ ਬਖਸ਼ਿਸ਼ ਕਰਦਾ ਹੈ ਪੂਰੇ ਗੁਰ ਦਾ। ਆਪ ਉਸਨੇ ਬਣਤ ਬਣਾਈ ਹੈ ਵੀ ਮੈਂ ਇੱਦਾਂ ਪੂਰੇ ਗੁਰ ਦੁਆਰਾ ਜੀਵਾਂ ਨੂੰ ਮੁਕਤੀ ਦੇਣੀ ਹੈ, ਜੀਵਾਂ ਨੂੰ ਆਪਣੇ ਨਾਲ ਮਿਲਾਉਣਾ ਹੈ। ਪੂਰਾ ਗੁਰ ਪੂਰੀ ਬਣਤ ਬਣਾਈ, ਨਾਨਕ ਭਗਤ ਮਿਲੀ ਵਡਿਆਈ। ਇਹ ਉਹਦੇ ਭਗਤਾਂ ਕੋਲ ਵਡਿਆਈ ਮਿਲਦੀ ਹੈ, ਉਹਨਾਂ ਨੂੰ ਇਹ ਖਜ਼ਾਨਾ ਪ੍ਰਭੂ ਬਖਸ਼ਿਸ਼ ਕਰਦਾ ਹੈ। ਫਿਰ ਭਗਤਾਂ ਦੁਆਰਾ ਆਪਣਾ ਗਿਆਨ ਕਰਵਾਉਂਦਾ ਹੈ। ਕਰਵਾਉਣ ਵਾਲਾ ਆਪ ਹੈ, ਕਿਸੇ ਜੀਵ ਦੇ ਵੱਸ ਨਹੀਂ ਹੈ, ਕੋਈ ਨਹੀਂ ਕਰ ਸਕਦਾ। ਇਨਸਾਨ ਜੇਕਰ ਕੋਈ ਜੀਵ ਕਹਿੰਦਾ ਹੈ ਕਿ ਮੈਂ ਇਹ ਕਰ ਸਕਦਾ ਹਾਂ, ਮੈਂ ਆ ਕਰ ਸਕਦਾ ਹਾਂ, ਉਹ ਖੁਦ ਹੀ ਡੁੱਬ ਜਾਂਦਾ ਹੈ। ਕਿਉਂਕਿ ਕਰਨ ਵਾਲਾ ਇੱਕ ਹੀ ਹੈ। ਕਰਨ ਕਾਰਨ ਪ੍ਰਭ ਏਕ ਹੈ, ਦੂਸਰ ਨਾਹੀ ਕੋਇ। ਨਾਨਕ ਤਿਸ ਬਲਿਹਾਰਨਾ, ਜਲ ਥਲ ਮਹੀਲ ਸੋਏ।
जो कोई जीव कहता महाराज कहते जावे जानना मैं किछ करता तब लग गर्भ जोन मैं फिरता। जब यह जानना मुझ ते कश हुआ बाध्यो जीव नलीनी परमस हुआ। जब यह जानना हो भगत ज्ञानी आज्ञा ठाकुर तिल नहीं माने। जब यह जानना कथनी करता व्यापारी बसता जो फिरता। साध संग जे हो मैं मारी नानक ताको मिलै मुरारी। ਜਿਹੜਾ ਸਾਧੂ ਜਨਾਂ ਸੰਗ ਕਰਦਾ ਹੈ ਹਉਮੈ ਮਾਰਦਾ ਹੈ ਉਸੇ ਨੂੰ ਪ੍ਰਭੂ ਦਾ ਮਿਲਾਪ ਹੁੰਦਾ ਹੈ। ਸੋ ਆਓ ਗੁਰਮੁਖ ਪਿਆਰਿਓ, ਆਓ ਆਪਾਂ ਵੀ ਉਸ ਪ੍ਰਭੂ ਦੀ ਸ਼ਰਨ ਦੇ ਵਿੱਚ ਚੱਲੀਏ ਜਿਹੜਾ ਸਾਡੇ ਕਾਰਜ ਨੂੰ ਸਵਾਰਦਾ ਹੈ। ਉਸੇ ਨੇ ਕਰਨਾ ਹੈ। ਉਹ ਆਪਣਾ ਗਿਆਨ ਆਪਣੇ ਜਨਾਂ ਦੁਆਰਾ ਦਿੰਦਾ ਹੈ ਕਿ ਕਿਵੇਂ ਆਪਾਂ ਉਸ ਦੀ ਸ਼ਰਨ ਦੇ ਵਿੱਚ ਜਾਣਾ ਹੈ, ਕਿਵੇਂ ਜਾਣਾ ਹੈ, ਕਿਵੇਂ ਅਸੀਂ ਭੁੱਲੇ ਹਾਂ, ਕਿਵੇਂ ਮਨ ਬਾਹਰ ਦੌੜਦਾ ਹੈ, ਘਰ ਦੇ ਵਿੱਚ ਨਹੀਂ ਜਾਂਦਾ। ਇਹ ਸਾਰਾ ਹੀ ਜਿਹੜਾ ਭੇਤ ਹੈ, ਕਿਉਂਕਿ ਨੇਤਰਾਂ ਦੇ ਵਿੱਚ ਸਾਡਾ ਮਨ ਹੈ ਜੋ ਜੋਤ ਸਰੂਪ ਹੈ, ਨੇਤਰਾਂ 'ਚ ਰੱਖੀ ਹੈ। ਦੋ ਨੇਤਰ ਨੇ। ਹੁਣ ਘਰ ਕਿੱਥੇ ਹੈ ਸਾਡਾ? ਸੁਣ। ਕਿਹੜੀ ਸੁਣ? ਚੌਥੀ ਸੁਣ। ਸੱਚਾ ਘਰ ਸਾਡੀ ਸੁਣ ਹੈ। ਸਤਿਗੁਰ ਤੇ ਪਾਏ ਵਿਚਾਰਾ ਸੁਨ ਸਮਾਦ ਸੱਚੇ ਘਰ ਬਾਰਾ। ਚਾਰ ਸੁਨਾਂ ਨੇ। ਜਿਹੜਾ ਆਪਾਂ ਇਹ ਆਲੇ ਦੁਆਲੇ ਦੇਖਦੇ ਹਾਂ, ਸਾਹਮਣੇ ਖੱਬੇ ਸੱਜੇ ਦੇਖਦੇ ਹਾਂ, ਇਹ ਵੀ ਸੁਣ ਹੈ, ਇਹ ਬਾਹਰੀ ਸੁਣ ਹੈ। ਤੇ ਜਿਹੜੀ ਚੌਥੀ ਸੁਣ ਆ ਉਹ ਅੰਦਰਲੀ ਸੁਣ ਹੈ। ਮਰ ਸਮਝਾਉਂਦੇ ਨੇ ਅੰਤਰ ਸੁਨੰਗ ਬਾਹਰ ਸੁਨੰਗ ਤ੍ਰੈ ਭਵਨ ਸੁਨ ਮਸੁਨ। ਚੌਥੇ ਸੁਨ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨ। ਇਹ ਬਾਹਰੀ ਸੁਨ ਹੈ। ਇੱਕ ਅੰਦਰ ਦੀ ਸੁਨ ਹੈ, ਉਹ ਚੌਥੀ ਸੁਨ ਹੈ। ਇੱਥੇ ਵੀ ਬਾਹਰ ਜੋ ਆਪਾਂ ਦੇਖਦੇ ਨਿਰਾਕਾਰ ਹੈ, ਸੁਨ ਹੈ, ਸਪੇਸ ਹੈ। ਜਿੱਥੇ ਸੁਣ ਦਾ ਮਤਲਬ ਹੁੰਦਾ ਹੈ ਜਿੱਥੇ ਕੁਛ ਨਹੀਂ ਹੈ, ਪ੍ਰਕਾਸ਼ ਹੈ, ਜੀਰੋ। ਜਿਵੇਂ ਸੁੰਨੀ ਕਹਿ ਦਿੰਦੇ, ਜੀਰੋ, ਕੁਛ ਵੀ ਨਹੀਂ ਹੈ। ਇੱਥੇ ਵੀ ਆਪਾਂ ਜਿਹੜਾ ਸਪੇਸ ਦੇਖਦੇ ਹਾਂ ਇਹ ਸੁਨ ਹੈ, ਪਰ ਇਹ ਬਾਹਰੀ ਸੁਨ ਹੈ, ਤ੍ਰਿਭਵਨ ਦੀ ਸੁਨ ਹੈ। ਸੱਜੇ ਤਮੋ ਗੁਣ ਹੈ, ਖੱਬੇ ਰਜੋ ਗੁਣ ਹੈ, ਵਿਚਾਲੇ ਸਾਹਮਣੇ ਸਤੋ ਗੁਣ ਹੈ। ਇਹ ਤਿੰਨ ਸੁਨਾਂ ਨੇ। ਚੌਥੀ ਸੁਨ ਹੈ ਜਦੋਂ ਆਪਾਂ ਮਨ ਇਸ ਰਸਤੇ ਨੂੰ ਅੰਦਰ ਜਾਂਦਾ ਸਹਿਜ ਦੇ ਵਿੱਚ, ਇਸ ਨੂੰ ਅੰਦਰ ਦੀ ਸੁਨ ਕਹਿੰਦੇ ਹਾਂ। ਉਹ ਸਾਡਾ ਘਰ ਹੈ ਚੌਥੀ ਸੁਨ। ਜਿਹੜਾ ਚੌਥੀ ਸੁਨ ਚਲੇ ਜਾਂਦਾ, ਚੌਥੇ ਸੁਨ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨ। ਉਹ ਪਾਪ ਪੁੰਨ ਤੋਂ ਰਹਿਤ ਹੋ ਜਾਂਦਾ ਹੈ। ਉਹ ਨਾ ਪਾਪ ਕਰੇ ਨਾ ਪੁੰਨ ਕਰੇ। ਉਹ ਕਿਹੜਾ ਪੁੰਨ ਕਰਦਾ ਹੈ? ਸੰਸਾਰੀ ਨਹੀਂ ਕਰਦਾ, ਜਿਹੜਾ ਕਲਯੁਗ ਦੇ ਵਿੱਚ ਪੁੰਨ ਹੈ। ਕਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਇਹ ਸਮਝਾਉਂਦੇ ਨੇ ਚੌਥੇ ਸੁਣਨਾ ਜੋ ਨਰ ਜਾਣੇ ਤਾਕੋ ਪਾਪ ਨਾ ਪੁੰਨ। ਘਟ ਘਟ ਸੁਣ ਕਾ ਜਾਣਾ ਪਿਓ। ਜਿਹੜਾ ਸਾਰਿਆਂ ਦੇ ਅੰਦਰ ਉਸ ਸੁਣ ਦਾ ਭੇਤ ਜਾਣ ਲੈਂਦਾ ਹੈ। ਆਦਿ ਪੁਰਖ ਨਿਰੰਜਨ ਦਿਓ ਜੋ ਜਨ ਨਾਮ ਨਿਰੰਜਨ ਰਾਤਾ ਨਾਨਕ ਸੋਈ ਪੁਰਖ ਬੇਦਾਤਾ। ਸੋ ਇਸ ਕਰਕੇ ਸਾਨੂੰ ਸਮਝਾਇਆ ਹੈ ਕਿ ਆਪਾਂ ਸੁਣ 'ਚ ਜਾਣਾ ਹੈ। ਕਿਵੇਂ ਜਾਣਾ ਹੈ? ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਸਮ ਕਰਨਾ, ਕਿਉਂਕਿ ਰਸਤਾ ਬੜਾ ਤੰਗ ਹੈ। ਸਿੱਧੇ ਜਾਵਾਂਗੇ ਟਕਰਾ ਜਾਵਾਂਗੇ। ਇਸ ਕਰਕੇ ਜਿਹੜੀ ਦੀਵਾਰ ਹੈ ਭਰਮ ਦਾ ਪਰਦਾ, ਉਸ ਨੂੰ ਤੋੜਨਾ ਹੈ। ਜਿਵੇਂ ਆਪਾਂ ਦੇਖਦੇ ਹਾਂ ਦੀਵਾਰ ਨੂੰ ਤੋੜਦੇ ਹਾਂ, ਗਲੀ ਕੱਢਦੇ ਹਾਂ ਜ਼ਿਆਦਾ ਪੱਕਾ ਤਿੱਖੀ ਚੀਜ਼ ਲੈ ਕੇ, ਇੱਦਾਂ ਹੀ ਇੱਥੇ ਆਪਣੀ ਧਿਆਨ ਦੁਆਰਾ ਹੀ ਹੋਣਾ ਹੈ। ਇਸ ਕਰਕੇ ਅਸੀਂ ਆਪਣੇ ਨੇਤਰਾਂ ਨੂੰ ਇੱਕ ਪੁਆਇੰਟ 'ਤੇ ਬਣਾ ਲੈਂਦੇ ਤੀਰ ਦੀ ਤਰ੍ਹਾਂ। ਫਿਰ ਇੱਥੋਂ ਪ੍ਰਵੇਸ਼ ਕਰਨਾ ਹੈ। ਪ੍ਰਵੇਸ਼ ਹੋ ਜਾਂਦਾ ਕਦੋਂ ਹੋਣਾ ਹੈ? ਗੁਰ ਦੇ ਗਿਆਨ ਦੁਆਰਾ। ਜਦੋਂ ਇੱਕ ਵਾਰੀ ਅਸੀਂ ਪ੍ਰਵੇਸ਼ ਹੋ ਗਏ ਅੰਦਰ,
ਉਸ ਤੋਂ ਬਾਅਦ ਕੀ ਹੁੰਦਾ ਹੈ ਕਿ ਪ੍ਰਭੂ ਖੁਸ਼ ਹੁੰਦਾ ਹੈ, ਸਾਡਾ ਦਰ ਖੋਲ੍ਹ ਦਿੰਦਾ ਹੈ, ਫਿਰ ਸਾਡਾ ਆਉਣਾ ਜਾਣਾ ਸੌਖਾ ਹੋ ਜਾਂਦਾ ਹੈ, ਸਾਨੂੰ ਇੱਕ ਦ੍ਰਿਸ਼ਟ ਕਰ ਦਿੰਦਾ ਹੈ। ਆਓ ਆਪਾਂ ਆਪਣੇ ਆਪ ਨੂੰ ਦੇਖਣਾ ਹੈ ਪਹਿਲਾਂ ਕਿ ਕੋਈ ਨਵਾਂ ਜੀਵ ਹੈ ਕਿ ਅਸੀਂ ਕਿਸ ਅਵਸਥਾ 'ਚ ਹਾਂ, ਇੱਕ ਦ੍ਰਿਸ਼ਟ ਹਾਂ ਕਿ ਦੋ ਦ੍ਰਿਸ਼ਟ ਹਾਂ। ਦੋਨਾਂ ਨੇਤਰਾਂ ਨੂੰ ਇਸ ਪੁਆਇੰਟ 'ਤੇ ਦ੍ਰਿਸ਼ਟੀ ਫੋਕਸ ਕਰਕੇ ਦੇਖਣਾ ਹੁੰਦਾ ਹੈ ਕਿ ਨੱਕ ਨਜ਼ਰ ਆਉਂਦਾ ਕਿ ਨਹੀਂ ਆਉਂਦਾ। ਜੇ ਨਹੀਂ ਆਉਂਦਾ ਫਿਰ ਅਸੀਂ ਇੱਕ ਦ੍ਰਿਸ਼ਟ ਹੋ ਗਏ, ਜੇ ਆਉਂਦਾ ਹੈ ਫਿਰ ਦੋ ਦ੍ਰਿਸ਼ਟੀ ਵਿੱਚ ਹੈ। ਫਿਰ ਆਪਾਂ ਇਹ ਦੇਖਣਾ ਹੈ ਵੀ ਕਿਸ ਪਾਸੇ ਆਉਂਦਾ, ਸੱਜੇ ਆਉਂਦਾ, ਖੱਬੇ ਆਉਂਦਾ ਜਾਂ ਵਿਚਾਲੇ। ਇੰਨਾ ਆਪਾਂ ਆਪਣੇ ਆਪ ਨੂੰ ਪਰਖਣਾ ਹੈ। ਇੱਥੋਂ ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਸਾਹਮਣੇ ਲੈ ਕੇ ਆਓ, ਫਿਰ ਆਪਾਂ ਸਾਹਮਣੇ ਜਾਣਾ ਹੈ, ਦੇਖਣਾ ਹੈ। ਫਿਰ ਮੈਂ ਆਪ ਜੀ ਨੂੰ ਆਵਾਜ਼ ਦੇਵਾਂਗਾ ਕਿ ਧਿਆਨ ਮਸਤਕ ਦੇ ਸਾਹਮਣੇ ਲੈ ਜਾਓ, ਆਪਾਂ ਪਲਕਾਂ ਉੱਤੇ ਚੁੱਕ ਦੇਣੀਆਂ। ਫਿਰ ਜਦੋਂ ਕਵਾਂਗਾ ਵਾਪਸ ਸਾਹਮਣੇ, ਫਿਰ ਸਾਹਮਣੇ ਲੈ ਆਉਣਾ। ਫਿਰ ਜਦੋਂ ਕਵਾਂਗਾ ਸਮ ਕਰਕੇ ਦੇਖੋ, ਫਿਰ ਇੱਥੇ ਦ੍ਰਿਸ਼ਟੀ ਫੋਕਸ ਕਰਕੇ ਫਿਰ ਦੇਖਣਾ ਹੈ। ਜੇਕਰ ਕੋਈ ਨਵਾਂ ਜੀਵ, ਫਿਰ ਉਸਨੇ ਦੇਖਣਾ ਹੈ ਕਿ ਹੁਣ ਨੱਕ ਦਿਸਣੋਂ ਹਟ ਗਿਆ। ਜੇ ਨੱਕ ਦਿਸਣੋਂ ਹਟ ਗਿਆ ਫਿਰ ਇੱਕ ਦ੍ਰਿਸ਼ਟ ਹੋ ਗਿਆ, ਜਾਂ ਇਸ ਪਾਸੇ ਹਲਕਾ ਹਲਕਾ ਦਿਸ ਸਕਦਾ ਪਰਛਾਈ ਖੱਬੇ ਪਾਸੇ, ਕਿਉਂਕਿ ਇਹ ਧਿਆਨ ਸਾਰਾ ਸਾਡਾ ਇੱਧਰ ਆਉਣਾ ਹੈ। ਫਿਰ ਆਪਾਂ ਅੱਗੇ ਧਿਆਨ ਲਾਵਾਂਗੇ ਨੀਚੇ, ਕਿਉਂਕਿ ਫਿਰ ਧਿਆਨ ਦਾ ਮਾਰਗ ਚੱਲਣਾ ਹੈ, ਜਿਹੜਾ ਸਭ ਤੋਂ ਪਹਿਲਾਂ ਆਪਾਂ ਥੱਲੇ ਤੋਂ ਨੀਚੇ ਤੋਂ ਸ਼ੁਰੂ ਕਰਦੇ ਹਾਂ। ਸੋ ਆਓ ਨੇਤਰ ਸਮ ਕਰਕੇ ਕੋਈ ਨਾ ਆਪਾਂ ਦੇਖਣਾ ਆਪਣੇ ਆਪ ਨੂੰ, ਜਿਹੜੇ ਜੀਵ ਤੇ ਆਉਂਦੇ ਨੇ ਉਹਨਾਂ ਆਪਣੇ ਪ੍ਰਕਾਸ਼ ਰੂਪ ਨੂੰ ਦੇਖਣਾ ਹੈ। ਆਪਣੇ ਆਪ ਨੂੰ ਦੇਖਣਾ ਹੁੰਦਾ ਹੈ ਕਿ ਸਾਡਾ ਮਨ ਨਿਰਮਲ ਹੈ, ਕਿਤੇ ਮੈਲ ਤਾਂ ਨਹੀਂ ਲੱਗੀ। ਅਤੇ ਜੇ ਕੋਈ ਨਵਾਂ ਹੈ ਉਸਨੇ ਦੇਖਣਾ ਹੈ ਕਿ ਨੱਕ ਦਿਸਦਾ ਹੈ ਜਾਂ ਨਹੀਂ। ਆਓ ਸਮ ਕਰਕੇ ਦ੍ਰਿਸ਼ਟੀ ਦੇਖੀਏ ਆਪਣੇ ਆਪ ਨੂੰ। सामने लेके आइए, ध्यान सामने देखो। मस्तक दे सामने लै जाओ, पलकां उत्ते चुक दो। फिर सामने लेके आइए। फिर सम करके देखिए, दृष्टि फोकस करके अपने आप को देखिए। देखना कोई नवा जीव, अगर नवा जीव है उसने देखना कि हुण नक दिसनों हटिया, जे पहला दिसदा सी। ते दूजे जीवां ने देखना अपने रूप नूं, प्रकाश नूं कि किन्ना निर्मल है।
नीचे लै जो ध्यान हम बिल्कुल रिलैक्स देखना है नीचे। आप जिथे बैठे अपने तो अगे जो थले कपड़ा वगैरह विछया है उस तो थोड़ा ऊपर देखना है, जोर नहीं लगाना, क्योंकि जोर लगावांगे अगे दो दो दिसने शुरू हो जाएंगे। इस करके बिल्कुल रिलैक्स देखना है। जदों असीं थोड़ा उपर देखांगे फर्श तो कपड़े तो उत्थे सानू फिर प्रकाश अनुभव होना शुरू होएगा। जिवें सरोवर दे विच जल दीयां लहरां हुंदियां ने, इत्थे सानू प्रकाश दीयां लहरां, प्रकाश दी एक हलचल अनुभव होएगी। जिस नूं आपां देखते रहना हुंदा है, ध्यानते रहना है। सम करके देखिए अपने आप नूं। फिर नीचे लै जो ध्यान।
फिर नीचे ध्यान ले जाइए। सम करके देखे अपने आप नूं। वाहिगुरू जी का खालसा, वाहिगुरू जी की फतेह। सो गुरमुख प्यारिओ, इस तरीके नाल आपां घर च वसना है, अंदर जाना है, प्रभु दे नाल जुड़ना है। संसार दियां गथावां नूं छड्ड के सिर्फ परमेश्वर दे नाल जुड़ना है, क्योंकि ये सदा अविनाशी है। परमेश्वर अवगत है, अगोचर है, सदा सलामत है। ये नहीं कि अज पहला हैगा सी अज नहीं है, क्योंकि आकार कदे हैगे सी अज नहीं हैं, लेकिन निरंकार उदों भी सच है, अज भी है, सदा ही रहने वाला है। इस करके आपां उस परमेश्वर अकाल पुरख वाहिगुरू दे चरनां नाल जुड़ना है, उसे दी विचार करनी, उसे दा ध्यान धरना है, उसे नूं लोचना है, उसे दी सिफ़त सलाह करनी है, ताकि ये जिहड़ा जीवन मिलिया है ये साडा सफल हो जावे। जिन तेरी मन बनत बनाई, उठत बैठ सत तिसै त्याई, तिसै त्याई जो एक अलख है, इहाँ ऊहाँ नानक तेरी रख है। सौ प्यारिओ, इन्नी कुछ विचार करदिआं बहुत सारियां भुल्लां हो जांदियां हन। आप संगत सतगुरु जी बख्शण योग हो, बख्श लैना जी। वाहिगुरू जी का खालसा, वाहिगुरू जी की फतेह।